ਵਜ਼ੀਰ ਹੈ, ਤੁਸੀਂ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਆ। ਜੋ ਕਿਸਾਨ ਵੀ ਆਏ ਆ ਇੱਥੇ ਮੇਰੇ ਵੀਰ, ਮੈਂ ਉਹਨਾਂ ਦੇ ਵੀ ਗੱਲ ਕਰਨਾ ਚਾਹੁੰਦਾ। ਬਿਫੋਰ ਮੈਂ ਉਹ ਗੱਲ ਕਰਾਂ, ਤੁਸੀਂ ਇਹ ਗੱਲ ਵੇਖੋ, ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ। RDF ਮਾਰਕੀਟ ਫੀ 2% ਵਧਾਤੀ ਹੈ, ਉਹਦੀ ਮਾਰ ਕਿਹਨੂੰ ਪੈਣੀ ਹੈ ਜੀ? ਜਦ ਹਰਿਆਣੇ 'ਚ 4% ਹੈ, ਇੱਥੇ 6% ਹੋ ਜਾਏਗੀ, ਤੇ ਮੇਰੇ ਇਹ ਜਿਹੜਾ ਵਪਾਰੀ ਆ ਉਹਨੇ ਨਹੀਂ ਮਾਰ ਖਾਣੀ, ਉਹਦੀ ਮਾਰ ਵੀ ਫਿਰ ਬਾਸਮਤੀ ਜਿਹੜੀ ਬੜੀ ਵੱਡੀ ਫਸਲ ਹੈ ਮਾਝੇ ਦੀ। ਅੱਜ ਗੁਰਦਾਸਪੁਰ ਦਾ ਵੋਟਰ, ਮਾਝੇ ਦਾ ਵੋਟਰ ਇਸ ਗੱਲ ਤੋਂ ਚਿੰਤਿਤ ਹੈ ਕਿ ਦਿਸ ਇਜ਼ ਬਾਸਮਤੀ ਗਰੋਇੰਗ ਏਰੀਆ। ਤੇ ਜੇ ਇਹ RDF, ਅੱਜ ਮੈਂ ਸਰਕਾਰ ਨੂੰ ਇਹ ਪੁੱਛਦਾ ਕਿ ਕੀ ਉਹ RDF ਤੇ ਮਾਰਕੀਟ ਫੀ ਨੂੰ ਰੋਲ ਬੈਕ ਕਰਨਗੇ, ਕਿਉਂਕਿ ਇਹਦੀ ਮਾਰ ਕਿਸਾਨਾਂ ਨੂੰ ਪੈਣੀ ਹੈ। ਤੁਹਾਡਾ ਡਾਈਵਰਸੀਫਿਕੇਸ਼ਨ ਫੇਲ ਹੋਣਾ, ਜਿਹੜੀ ਸਾਡੀ ਸਰਕਾਰ ਵੇਲੇ 4% ਪਹਿਲਾਂ ਇੱਕ ਵਾਰੀ 0% ਕੀਤੀ ਸੀ ਟੂ ਇਨਕਰੇਜ ਬਾਸਮਤੀ, ਫਿਰ ਅਸੀਂ ਇਹਨੂੰ 4% ਤੇ ਲਿਆ ਇਨ ਪਾਰ ਵਿਦ ਅਦਰ ਸਟੇਟਸ, ਮਗਰ ਇਸ ਸਰਕਾਰ ਨੇ ਤਾਂ 2% ਹੋਰ ਵਧਾਤੀ। ਮਤਲਬ ਕਹਿਣ ਦਾ ਭਾਵ ਕਿ ਕਿਸਾਨ ਨੂੰ ਦੇਣਾ ਤਾਂ ਕੀ ਆ? ਗਵਰਨਮੈਂਟ ਆਫ ਇੰਡੀਆ ਦੀ CCL ਲਿਮਿਟਸ ਨਹੀਂ ਪੂਰੀਆਂ ਹੋ ਰਹੀਆਂ, ਕਣਕ ਦੀ ਪਿਛਲੇ ਦੀ ਪੇਮੈਂਟ ਪੂਰੀ ਨਹੀਂ ਹੋ ਰਹੀ, ਮਾਰਕੀਟ ਫੀ ਤੇ ਅੱਗੇ ਕਿਸਾਨ ਡਿਸਟ੍ਰੈਸ ਆ, ਉੱਤੇ ਤੁਸੀਂ ਮਾਰਕੀਟ ਫੀ ਵਰਗੇ RDF ਵਰਗੇ ਹੋਰ ਪ੍ਰੈਸ਼ਰ ਪਾ ਰਹੇ ਹੋ, ਉਹਨੂੰ ਫਸਲ ਦੇ ਭਾਅ ਕਿੱਥੋਂ ਮਿਲਣੇ ਆ? ਤੁਸੀਂ ਡਾਈਵਰਸੀਫਿਕੇਸ਼ਨ ਦੀ ਅਖਬਾਰਾਂ 'ਚ ਗੱਲ ਕਰਦੇ ਹੋ, ਮਗਰ ਅਸਲੀ ਤੁਹਾਡੀ ਪਾਲਿਸੀਆਂ ਦਾ ਰਿਜ਼ਲਟ ਕੀ ਨਿਕਲਣਾ? ਤੇ ਅੱਜ ਮੈਂ ਉਹ ਕਿਸਾਨ ਵੀ ਤੁਹਾਡੇ ਅੱਗੇ ਲੈ ਕੇ ਆਇਆ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਆਪ ਪੜਿਆ ਹੋਣਾ ਕਿ ਆਪਣੇ ਉਹ ਗਏ ਸੀ, ਆਪਣਾ ਕੀ ਨਾਂ ਜੀ ਉਹਨਾਂ ਦਾ, ਕੀ ਨਾਂ ਜੀ ਉਹਦਾ, ਆਪਣਾ ਆਪਣਾ ਇਹ ਆਹੀ ਨਹੀਂ ਯਾਰ, ਆਹ ਬਬਲੀ, ਆਪਣਾ ਬਬਲੀ ਸਿੱਧੂ ਆ ਲਿਆਇਓ ਜੀ। ਉਹ ਕਿਸਾਨ ਆਉਣ ਇੱਥੇ, ਮੈਂ ਉਹਨਾਂ ਦੇ ਕਾਰਨਾਮੇ ਦੱਸਦਾ ਤੁਹਾਨੂੰ। ਵੇਖੋ ਕਿਸੇ ਮੰਤਰੀ ਨੂੰ ਕੀ ਇਹ ਹੱਕ ਹੈ ਕਿ ਤੁਸੀਂ ਜਲੇ ਤੇ ਨਮਕ ਛਿੜਕੋ? ਤੁਸੀਂ ਹੋਰ ਮਤਲਬ ਜਿਨ੍ਹਾਂ ਨੂੰ ਆਲਰੇਡੀ ਪ੍ਰੋਬਲਮ ਆ, ਜਾਂ ਸਾਰੇ ਕਿਸਾਨ ਵੀਰ ਆਏ ਆ, ਮੈਂ ਬਹੁਤ ਇੱਥੇ, ਚਲੋ ਇੱਥੇ ਖਲੋ ਜਾਓ ਜੀ, ਫਿਰ ਇਹਨਾਂ ਦੇ ਕੈਮਰੇ ਕੱਟ ਹੋਣਗੇ। ਇੱਧਰ ਆ ਜਾਓ ਸਾਰੇ, ਆ ਜਾਓ, ਮਾੜਾ ਜਿਹਾ ਕੁਝ ਜਗ੍ਹਾ ਦੇ ਦਿਓ, ਆ ਜਾਓ ਪਿੱਛੇ। ਇਹਨਾਂ ਦਾ 300 ਏਕੜ 'ਚ ਅੱਗ ਲੱਗੀ ਸੀ ਜੀ। ਪਿੰਡ ਤੁਹਾਨੂੰ ਪਤਾ ਹੀ ਆ ਜੀ, ਆਪਣਾ ਓਠੀਆਂ ਜੇ ਚੌਂਸਮਾਰ ਪਿੰਡ 'ਚ। ਚਲੋ ਇਹ ਦੁਖਦਾਈ ਘਟਨਾ ਵਾਪਰੀ ਜਿੱਥੇ ਇਹਨਾਂ ਦੀ ਸਾਰੀ ਫਸਲ ਜਲ ਕੇ ਰਾਖ ਹੋ ਗਈ। ਮੈਨੂੰ ਬੜੀ ਤਸੱਲੀ ਹੋਈ ਜਦੋਂ ਬਬਲੀ ਜੀ ਉੱਥੇ ਪਹੁੰਚੇ, ਤੇ ਮੈਨੂੰ ਆਸ ਸੀ ਕਿ ਹੁਣ ਉੱਥੇ ਪਹੁੰਚੇ ਵਜ਼ੀਰ ਆ, ਆਪਦੇ ਆਪ ਨੂੰ ਮੁੱਖ ਮੰਤਰੀ ਦੇ ਸੁਪਨੇ ਲੈਂਦੇ ਆ। ਮੈਂ ਉਹਨਾਂ ਦਾ ਵੈਸੇ ਇਸ ਗੱਲ ਦਾ ਵੀ ਧੰਨਵਾਦੀ ਹਾਂ ਕਿ ਉਹਨੇ ਮੁੱਖ ਮੰਤਰੀ ਦੀ ਵੀ ਰਿਪੋਰਟ ਕਾਰਡ ਲਿਖਤੀ ਕਿ ਉਹਦੇ ਪੱਲੇ ਕੱਖ ਨਹੀਂ, ਉਹ ਤੋਂ ਕੱਖ ਹੁੰਦਾ ਨਹੀਂ, ਮੈਨੂੰ ਮਹਿਕਮੇ ਦੇ ਦਿਓ ਸਾਰੇ। ਆਪਦੇ ਮਹਿਕਮੇ ਦੀ ਭਾਵੇਂ ਕਾਰਗੁਜ਼ਾਰੀ, ਆਪਦੇ ਮਹਿਕਮੇ ਦੀ ਕਾਰਗੁਜ਼ਾਰੀ ਦੀ ਮੈਂ ਉਹਨਾਂ ਦੀ ਗੱਲ ਮਗਰੋਂ ਕਰੂੰਗਾ, ਬਟ ਮੈਂ ਇਹ ਇਸ਼ੂ ਨੂੰ ਡਿਵਰਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਇਸ਼ੂ ਬੜਾ ਸੀਰੀਅਸ ਹੈ, ਕਿਸਾਨੀ ਨਾਲ ਜੁੜਿਆ ਇਸ਼ੂ। 300 ਏਕੜ ਜਲ ਕੇ ਰਾਖ ਹੋ ਗਿਆ। ਯੂ ਵਿਲ ਬੀ ਸਰਪ੍ਰਾਈਜ਼ਡ। ਇਹ ਕਿਹੜੀ ਤਰੀਕ ਸੀ ਜੀ ਐਗਜ਼ੈਕਟਲੀ? ਅਪ੍ਰੈਲ ਮਹੀਨਾ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, 5 ਮਹੀਨੇ ਬੀਤ ਗਏ। ਆਪਾਂ ਸਭ ਤੋਂ ਡਿਸਟ੍ਰੈਸਡ ਵਰਗ ਦੀ ਗੱਲ ਕਰ ਰਹੇ ਹਾਂ। ਤੁਸੀਂ ਹੈਰਾਨ ਹੋ ਜਾਓਗੇ, ਅੱਜ ਮੈਂ ਇਹਨਾਂ ਤੋਂ ਪਤਾ ਲਿਆ, ਕਹਿੰਦੇ ਜੀ ਸਾਡਾ 300 ਏਕੜ ਜਲ ਕੇ ਰਾਖ ਹੋਇਆ, 0 ਮੁਆਵਜ਼ਾ ਹਾਲੇ ਤੱਕ ਸਰਕਾਰ ਨੇ ਦਿੱਤਾ। ਤੇ ਉੱਤੋਂ ਸ਼ਰਾਰਤ ਕੀ ਕੀਤੀ ਕਿ 300 ਏਕੜ ਦਾ 165 ਏਕੜ ਬਣਾਤੇ ਕਿ ਬਾਕੀ ਤਾਂ ਤੁਹਾਡੀ ਫਸਲ ਹੀ ਨਹੀਂ ਸੀ। ਇਹ ਤਾਂ ਕੱਟੀ 'ਚ ਬੰਦ ਹੋਈ ਜਾਣਾ। ਤੁਸੀਂ ਲਫ਼ਜ਼ ਵੇਖੋ ਮੰਤਰੀ ਦੇ, ਮਤਲਬ ਇਹ ਕਦੋਂ ਤੱਕ ਇਹ ਲਾਫਟਰ ਚੈਨਲ ਸ਼ੋ ਜਾਂ ਬਿਗ ਬੌਸ ਸ਼ੋ ਜਾਂ ਇਹ ਉਲਟਾ ਪੁਲਟਾ ਸ਼ੋ ਸਿੱਧੂ ਦਾ ਕਦੋਂ, ਕਿੰਨਾ ਚਿਰ ਚੱਲੂ ਇਹਨਾਂ ਦੇ ਮੰਤਰੀਆਂ? ਮਤਲਬ ਮੈਨੂੰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਆ। ਮੈਂ ਇਸ ਗੱਲ ਦਾ ਅਪਰੀਸ਼ੀਏਟ ਕਰਦਾ ਸੀ ਦ ਡੇ ਹੀ ਵੈਂਟ ਟੂ, ਇਹਨਾਂ ਕਿਸਾਨਾਂ ਵੱਲ ਗਿਆ, ਮੈਨੂੰ ਕਿਹਾ ਚੰਗਾ ਕਦਮ ਹੈ। ਮੈਂ ਉਦੋਂ ਮੈਂ ਐਵੇਂ ਤੁਹਾਨੂੰ ਕਹਾਂ ਇਟ ਵਾਜ਼ ਗੁੱਡ ਸਟੈਪ, ਮਗਰ ਅੱਜ 5-6 ਮਹੀਨੇ ਬਾਅਦ ਤਾਂ ਇਹ ਵੀ ਸਵਾਲ ਕਰਦੇ, ਇੱਕ ਮੁਆਵਜ਼ੇ ਦਾ ਰੁਪਈਆ ਨਹੀਂ ਆਇਆ ਜੀ ਕਿਸਾਨਾਂ ਦਾ। ਇਹਨਾਂ ਨੂੰ ਅੱਜ ਤੱਕ ਸੱਦ ਕੇ ਜਿਹੜਾ ਸਿੱਧੂ ਸਾਹਿਬ ਨੇ ਆਪਦੇ ਕੋਲੋਂ ਦੇਣਾ ਸੀ 24 ਲੱਖ ਰੁਪਈਆ, ਉਹ ਨਹੀਂ ਅੱਜ ਤੱਕ ਇਹਨਾਂ ਨੂੰ ਮਿਲਿਆ, ਨਾ ਸਰਕਾਰ ਦਾ ਮਿਲਿਆ। ਤੁਸੀਂ ਮੈਨੂੰ ਇੱਕ ਗੱਲ ਸਮਝਾ ਦਿਓ, ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ
ਇਹ ਸਰਕਾਰ ਮੈਨੂੰ ਲੱਗਦਾ ਅਗਲੀ ਵਾਰੀ ਸਲਮਾਨ ਖਾਨ ਨੇ ਜੇ ਬਿਗ ਬੌਸ ਸ਼ੋਅ ਕੀਤਾ ਤੇ ਮੈਨੂੰ ਲੱਗਦਾ ਹੋਰ ਤਾਂ ਕਿਸੇ ਨੂੰ ਸੱਦਣ ਦੀ ਲੋੜ ਨਹੀਂ, ਇਹਨਾਂ 8-9 ਨੂੰ ਸੱਦ ਲੈਣ ਜੋ ਇਹਨਾਂ ਨੇ ਕੰਮ ਫੜਿਆ ਹੋਇਆ। ਤੁਸੀਂ ਹਰ ਵਰਗ ਨੂੰ ਮਤਲਬ ਹਰ ਵਰਗ ਨੂੰ ਤੁਸੀਂ ਝੂਠ ਬੋਲ ਰਹੇ ਹੋ, ਗੁੰਮਰਾਹ ਕਰ ਰਹੇ ਹੋ, ਤੁਸੀਂ ਧੋਖੇਧੜੀ ਦੀ ਰਾਜਨੀਤੀ ਤੇ ਉਤਰੇ। Who asked him to go and announced? ਕਿਸੇ ਨੇ ਉਹਨੂੰ ਆਖਿਆ ਨਹੀਂ ਸੀ, ਮਗਰ ਉੱਥੇ ਗਏ, ਅਨਾਉਂਸ ਕੀਤਾ ਕਿ ਮੈਂ ਜੇਬ ਚੋਂ ਵੀ ਦਊਂਗਾ। ਕੀ ਹੋ ਗਿਆ ਅੱਜ 5.5 ਮਹੀਨੇ ਬਾਅਦ ਕਿ ਆਪੋਜੀਸ਼ਨ ਨੂੰ ਆ ਕੇ ਅੱਜ ਇਹ ਕਿਸਾਨ ਵਿਚਾਰੇ ਦੁਖੀ ਹੋਏ ਸਾਡੇ ਕੋਲ ਆਇਆ ਕਿ ਸਾਡਾ 300 ਏਕੜ ਨੂੰ ਬਣਾਤਾ 165 ਪੈਨਾ ਤਾਂ ਬਾਕੀ ਉਡਾਈ ਦਿੱਤੇ। ਐਂਡ ਦੇਣੇ ਤਾਂ ਕੀ ਸੀ, ਅਸੀਂ ਬਾਰ-ਬਾਰ ਅਪਰੋਚ ਕਰਨ ਤੋਂ ਬਾਅਦ ਵੀ ਸਾਨੂੰ ਕੋਈ ਮਿਲ ਕੇ ਰਾਜੀ ਨਹੀਂ, ਨਾ ਆਪਦੇ ਕੋਲ ਦੇ ਪੈਸੇ ਦਿੱਤੇ। ਮੇਰਾ ਕਹਿਣ ਦਾ ਭਾਵ ਆ ਕਿ ਇਹ ਧੋਖੇ ਧੜੀ ਦੀ ਰਾਜਨੀਤੀ, ਦੋਗਲੇਪਣ ਦੀ ਰਾਜਨੀਤੀ, ਡਬਲ ਸਟੈਂਡਰਡਸ ਦੀ ਰਾਜਨੀਤੀ, ਇਹ ਨੱਚਣ ਦਾ ਜਿਹੜਾ ਸ਼ੌਂਕ ਹੈ ਇਹ ਸਟੇਜਾਂ ਤੇ ਪੂਰਾ ਕਰ ਲੈਣ, ਲੋਕਾਂ ਦੇ ਗੰਭੀਰ ਮੁੱਦਿਆਂ ਤੇ ਇਹ ਗੰਭੀਰ ਰਹਿਣ। ਮੇਰੀ ਇਹ ਅੱਜ ਇਹ ਸਰਕਾਰ ਨੂੰ ਬੇਨਤੀ ਆ ਕਿ ਮੇਰੀ ਇਹਨਾਂ ਨੂੰ ਅਸੀਂ ਸਰਕਾਰ ਨੂੰ ਇਹ ਕਰਨੇ ਕਿ ਇਹਨਾਂ ਨੂੰ 300 ਏਕੜ ਦੇ 300 ਏਕੜ ਦਾ ਮੁਆਵਜ਼ਾ ਮਿਲੇ ਤੇ ਜੋ ਸਰਕਾਰ ਨੇ ਦੇਣਾ ਉਹ ਸਰਕਾਰ ਦੇਵੇ, ਜੋ ਨਵਜੋਤ ਸਿੰਘ ਸਿੱਧੂ ਨੇ ਨਹੀਂ ਦੇਣਾ ਮਗਰ ਇਹਦੇ ਨਾਲ ਇਸ ਮੰਤਰੀ ਦੇ ਰੂਪ 'ਚ ਵਾਅਦਾ ਕੀਤਾ, ਫਿਰ ਉਹ ਕੈਪਟਨ ਅਮਰਿੰਦਰ ਸਿੰਘ ਖਜ਼ਾਨਾ ਮੰਤਰੀ ਉਹ ਵਾਅਦਾ ਵੀ ਇਹਨਾਂ ਦਾ ਪੂਰਾ ਕਰਨ। ਐਂਡ ਸਾਨੂੰ ਇੱਕ ਫਰਮ ਕਮਿਟਮੈਂਟ ਦੇਣ ਕਿ ਤੁਸੀਂ 200 ਤੋਂ ਵੱਧ ਕਿਸਾਨ ਜਿਹੜਾ ਸੁਸਾਈਡ ਕਮਿਟ ਕਰ ਗਿਆ ਉਹਨਾਂ ਦੇ ਬੱਚਿਆਂ ਨੂੰ ਵਾਰਸਾਂ ਤਰੀਕ ਤੱਕ ਨੌਕਰੀ ਦੇ ਰਹੇ ਹੋ। ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ ਪੰਜਾਬ ਕੀ ਸੁਨੇਹਾ ਭੇਜ ਰਿਹਾ ਦੁਨੀਆ ਨੂੰ, ਜਿਹਨੂੰ ਨੈਸ਼ਨਲ ਵਿਮਨ ਕਮਿਸ਼ਨ ਜਿਹਨੂੰ ਨੋਟਿਸ ਕੱਢੇ, ਉਸ ਪਰਿਵਾਰ ਦੇ ਜੀ ਨੂੰ ਤਾਂ ਡੀਐਸਪੀ ਦੀ ਏਜ ਰਿਲੈਕਸ ਕਰਕੇ ਨੌਕਰੀ ਮਿਲ ਗਈ, ਬਿਆਨਸੋਂ ਦੇ ਪੋਤਰੇ ਨੂੰ, ਜਿਹਦਾ ਆਲਰੇਡੀ ਦੇਖੋ ਉਹਨਾਂ ਤੇ ਕਿੰਨਾ ਸਟ੍ਰੈਸ ਸੀ। ਇੱਕ ਮੁੰਡਾ ਐਮਪੀ, ਇੱਕ ਮੁੰਡਾ ਐਮਐਲਏ, ਕਿੰਨਾ ਵੱਡਾ ਸਟ੍ਰੈਸ ਕੀ ਇੱਕ ਬੇਰੋਜ਼ਗਾਰ ਰਹਿ ਗਿਆ। ਉਹਨਾਂ ਦਾ ਸਟ੍ਰੈਸ ਤਾਂ ਸਰਕਾਰ ਨੇ ਸਮਝਿਆ ਮਗਰ ਕੀ ਇਹਨਾਂ ਦਾ ਸਟ੍ਰੈਸ ਨਹੀਂ ਉਹਨਾਂ ਨੂੰ ਮਹਿਸੂਸ ਹੁੰਦਾ? ਕੀ ਇਹ ਦੋਗਲੀ ਰਾਜਨੀਤੀ ਨਹੀਂ? ਕੀ ਇਹ ਦੋਹਰੇ ਮਾਪਦੰਡ ਨਹੀਂ? ਅਸੀਂ ਇਹ ਗੱਲਾਂ ਤੇ ਉੱਤੇ ਅੱਜ ਸਰਕਾਰ ਤੋਂ ਫਰਮ ਕਮਿਟਮੈਂਟ ਚਾਹੁੰਦੇ ਹਾਂ ਦੈਟ ਵੈਨ ਇਹਨਾਂ ਦਾ ਕਰਜ਼ਾ ਕਿਹੜੀ ਤਰੀਕ ਤੱਕ ਮਾਫ ਹੋਊ, ਇਹਨਾਂ ਕਿਸਾਨਾਂ ਦਾ, ਇਹ ਨੌਕਰੀ ਕਦੋਂ ਤੱਕ ਜਿੱਤੀ ਜਾਓ ਜਿਹੜੇ ਖੁਦਕੁਸ਼ੀ ਕਰ ਗਏ ਆ, ਤੇ ਇਹਨਾਂ ਨੂੰ 10-10 ਲੱਖ ਮਦਦ ਜੋ ਇਹਨਾਂ ਨੇ ਕਹੀ ਸੀ ਕਦੋਂ ਤੱਕ ਦਿੱਤਾ ਜਾਓ। ਤੇ ਦੂਜੀ ਗੱਲ 90,000 ਕਰੋੜ ਦਾ 90,000 ਕਰੋੜ ਮਾਫ ਚਾਹੀਦਾ ਜੋ ਮਨਪ੍ਰੀਤ ਸਿੰਘ ਬਾਦਲ ਨੇ ਡਾਕਟਰ ਮਨਮੋਹਨ ਸਿੰਘ ਦੀ ਹਾਜ਼ਰੀ 'ਚ ਇਹਨਾਂ ਨੇ ਰਿਲੀਜ਼ ਕਰਾਇਆ ਸੀ ਚੋਣ ਮੈਨੀਫੈਸਟੋ। ਉਹਦੇ 'ਚ ਜੋ ਕਮਿਟਮੈਂਟ ਸੀ ਉਹ ਅੱਜ ਰਾਹੁਲ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਮੱਧ ਪ੍ਰਦੇਸ਼ ਦੇ ਫਾਰਮਰ ਦਾ ਪਤਾ ਲੈ ਕੇ ਆ ਸਕਦੇ, ਕਿਉਂਕਿ ਉੱਥੇ ਸਰਕਾਰ ਨਹੀਂ। ਜਿੱਥੇ ਇਹਨਾਂ ਦੀ ਸਰਕਾਰ ਆ ਉੱਥੇ 200 ਤੋਂ ਵੱਧ ਖੁਦਕੁਸ਼ੀਆਂ ਹੋ ਗਈਆਂ ਨੇ। ਅੱਜ ਤੱਕ ਇਹ ਨਹੀਂ ਕਹਿਣ ਆਏ ਆਪਦੇ ਖਜ਼ਾਨਾ ਮੰਤਰੀ ਨੂੰ ਕਿ ਤੇਰਾ ਇਹ ਵਾਅਦਾ ਸੀ ਇਹ ਲੋਕਾਂ ਦਾ ਹੱਕ ਉਹਨਾਂ ਨੂੰ ਦੇ। ਇਸ ਲਈ ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਇਹ ਕਿਸਾਨ ਤੁਹਾਡੇ ਸਾਹਮਣੇ ਆਏ ਆ ਸਾਰੇ ਪਿੰਡ ਦੇ, ਇੱਕ ਬੰਦੇ ਨੂੰ ਵੀ ਇੱਕ ਦੀਵਾਨੀ ਤੱਕ ਨਹੀਂ ਮਿਲੀ, ਨਾ ਖਜ਼ਾਨੇ ਚੋਂ ਪੰਜਾਬ ਦੇ ਤੇ ਨਾ ਉਹਨਾਂ ਬਬਲੀ ਕੋਲ। ਹੋਰ ਕੋਈ ਗੱਲ ਜੀ ਤੁਹਾਡੀ? ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਚੰਨੀ ਸਾਹਿਬ ਨੇ ਪਹਿਲੀ ਗੱਲ ਤਾਂ ਤੁਸੀਂ ਵੇਖ ਲਓ ਇਹਨਾਂ ਚੀਜ਼ਾਂ ਦਾ ਵੇਲ ਹੈ ਕਿ ਉਹਨਾਂ ਨੇ PhD ਡਿਗਰੀ 'ਚ ਉਹਨਾਂ ਨੂੰ ਦਾਖਲਾ ਨਹੀਂ ਮਿਲਿਆ ਤੇ ਉਹਦੇ ਨੰਬਰ ਘਟਾਉਣ ਨੂੰ ਫਿਰਦੇ ਆ। ਇਹ ਬੇਫਜ਼ੂਲੇ ਕੰਮਾਂ ਲਈ ਉਹਨਾਂ ਕੋਲ ਵੇਲ ਹੈ ਤੇ ਅਸਤੀਫਾ ਇਸ ਕਰਕੇ ਨਹੀਂ ਦੇਣਾ ਭਾਊ, ਅੰਦਰਲੀ ਸਿਆਸਤ ਸਮਝੋ। ਦੁਖੀ ਇਸ ਗੱਲ ਕਿ ਉਹਨੂੰ ਮਹਿਕਮਾ ਨਹੀਂ ਕੋਈ ਚੱਜ ਦਾ ਮਿਲਿਆ। ਦਰਦ ਉਹ ਹੈ, ਅਕਾਲੀ ਤਾਂ ਬਹਾਨਾ ਹੈ, ਦਰਦ ਹੈਗਾ ਸਾਡੇ ਮਹਿਕਮੇ ਦਾ। ਇਹ ਜਿਹੜਾ ਬਾਕੀ ਡਰਾਮਾ ਸੁਖੀ ਰੰਧਾਵੇ ਵਰਗੇ ਕਰਦੇ ਆ ਉਹਨਾਂ ਨੂੰ ਆਪਦੀ ਵਜ਼ੀਰੀ ਦਾ ਦਰਦ ਹੈ ਕਿ ਤ੍ਰਿਪਤ ਬਣਾਤਾ ਮੈਂ ਰਹਿ ਗਿਆ। ਇਹ ਤਾਂ ਐਵੇਂ ਇਸ ਲਈ ਗੱਲ ਅੰਦਰਲੀ ਸਿਆਸਤ ਸਮਝੋ ਕਿ ਅੰਦਰ ਕੀ ਹੋ ਰਿਹਾ। ਅਕਾਲੀ ਦਲ ਕੋਈ ਇਸ ਇਸ਼ੂ ਤੇ ਮੂਵਮੈਂਟ ਸ਼ੁਰੂ ਕਰੂਗੀ 100% ਜੀ। ਅਸੀਂ ਦੇਖੋ ਇੱਕ ਅਕਾਲੀ ਦਲ ਬੀਇੰਗ ਅ ਰਿਸਪੌਂਸਿਬਲ ਪਾਰਟੀ, ਕਿਉਂਕਿ ਮੁੱਦਾ ਬੜਾ ਗੰਭੀਰ ਸੀ, ਅਸੀਂ ਸਰਕਾਰ ਦੀ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨੇ ਉਸ ਵਾਅਦੇ ਤਹਿਤ ਇਹਨਾਂ ਨੂੰ ਵੋਟਾਂ ਦਿੱਤੀਆਂ ਸੀ, ਇਹਨਾਂ ਨੂੰ ਸਮਾਂ ਦੇਣਾ ਚਾਹੁੰਦੇ ਸੀ।
ਅੱਜ ਮਗਰ ਅਸੀਂ ਦੇਖ ਲਿਆ ਕਿ ਇਹ ਸਿਰਫ ਤੇ ਸਿਰਫ ਫਰਾਡ ਤੇ ਜੁਮਲੇਬਾਜ਼ੀ ਦੀ ਸਿਆਸਤ ਚੱਲ ਰਹੀ ਹੈ, ਜਿਹੜੀ ਅਸੀਂ ਚੱਲਣ ਨਹੀਂ ਦੇਣੀ। ਜਦ ਤੁਹਾਡੀ ਆਊਟਸਟੈਂਡਿੰਗ ਲਾਇਬਿਲਿਟੀਜ਼ ਅੱਜ ਸੜਕਾਂ ਦੇ ਸਾਰੇ ਕੰਮ ਰੁਕ ਗਏ। ਕਿਉਂ ਰੁਕ ਗਏ? ਕਿਸੇ ਤੁਸੀਂ ਕੋਕ ਕੀਤੀ ਹੈ? 1500 ਕਰੋੜ ਹੌਟ ਮਿਕਸ ਪਲਾਂਟ ਵਾਲੇ ਪੰਜਾਬ ਵਾਲਿਆਂ ਦਾ ਡਿਊ ਹੈ, ਉਹ ਧਰਨੇ ਮਾਰਦੇ ਫਿਰ ਰਹੇ ਆ। ਹਰ ਜਗ੍ਹਾ ਤੇ ਤੁਹਾਡੀ ਪੇਮੈਂਟ ਡਿਊ ਹੈ। 1 ਜਨਵਰੀ ਤੋਂ ਬਾਅਦ ਤੁਸੀਂ ਅੱਜ ਤੱਕ ਸ਼ਗਨ ਨਹੀਂ ਰਿਲੀਜ਼ ਕੀਤਾ, ਤੁਸੀਂ ਅੱਜ ਤੱਕ ਪੈਨਸ਼ਨ ਰਿਲੀਜ਼ ਨਹੀਂ ਕੀਤੀ, ਸੋਸ਼ਲ ਵੈਲਫੇਅਰ ਸਕੀਮਾਂ ਨੂੰ ਤੁਸੀਂ ਰੋਕਤੀਆਂ ਨੇ। ਪੈਸੇ ਤਾਂ ਕਿਸੇ ਹਾਲਾਤ 'ਚ ਨਹੀਂ, ਤੇ ਕੀ ਕੈਬਨਿਟ ਦੇ ਫੈਸਲਿਆਂ ਦੀ ਡਰਾਮੇ ਚੱਲ ਰਹੀ। ਤੁਸੀਂ ਲੋਕਾਂ ਨੂੰ ਸੱਚਾਈ ਕਿਉਂ ਨਹੀਂ ਦੱਸ ਰਹੇ? ਜੁਮਲੇਬਾਜ਼ੀ ਦੀ ਰਾਜਨੀਤੀ ਕੀ ਕਰ ਰਹੇ? ਅੱਜ ਗੁਰਦਾਸਪੁਰ ਦੀ ਚੋਣ ਹੋ ਰਹੀ ਹੈ, ਇੱਕ ਇੱਟ ਵੀ ਲਾਈ ਹੋਵੇ ਸਿੰਧ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਵਰਨਮੈਂਟ ਹੈਜ਼ ਗੋਨ, ਤੇ ਮੈਂ ਮੰਨਾਂ ਕਿ ਇਸ ਮੁੱਦੇ ਤੇ ਇਲੈਕਸ਼ਨ ਦੀ ਵੋਟਾਂ ਮੰਗੀਆਂ ਜਾਣ। ਅੱਜ ਤਰਨਤਾਰਨ ਇੱਕ ਇੰਸੀਡੈਂਟ ਹੋਇਆ ਜੀ, ਏਡੀਸੀ ਡਿਵੈਲਪਮੈਂਟ ਦੇ ਸਟਾਫ ਨਾਲ ਐਮਐਲਏ ਪੱਟੀ ਰਵਿੰਦਰ ਗਿੱਲ ਨੇ ਮਾੜੀ ਸ਼ਬਦਾਵਲੀ ਵਰਤੀ, ਜਿਹਨੂੰ ਲੈ ਕੇ ਸਟ੍ਰਾਈਕ ਤੇ ਗਏ। ਨਹੀਂ, ਮਾੜੀ ਸ਼ਬਦਾਵਲੀ ਤਾਂ ਸਾਰੀ ਵਰਤਨ ਤੇ ਹੋਇਆ, ਫਰਸਟ੍ਰੇਟਡ ਹੋ ਗਏ ਆ ਜੀ ਕਈ ਸਾਰੇ ਬੰਦੇ। ਕਿਸੇ ਨੂੰ ਵਜ਼ੀਰੀ ਦਾ ਦੁੱਖ, ਕਿਸੇ ਨੂੰ ਕੰਮ ਦਾ ਦੁੱਖ, ਕਿਸੇ ਨੂੰ ਜਿਵੇਂ ਇਹ ਕਿਸਾਨ ਵੀਰ ਆ ਕੇ ਘੇਰਦੇ ਆ, ਪੁੱਛਦੇ ਆ, ਸਵਾਲ ਪੁੱਛਦੇ ਆ। ਦੁਨੀਆ ਬੜੀ ਜਾਗਰੂਕ ਹੋਈ ਹੈ, ਤੇ ਉਹ ਫਰਸਟ੍ਰੇਸ਼ਨ ਫਿਰ ਕਿੱਥੇ ਕੱਢ ਸਕਦਾ? ਜਾਂ ਘਰ ਵਾਲੀ ਕੋਲ ਕੱਢ ਸਕਦਾ, ਤੇ ਜਾਂ ਅਫਸਰਾਂ ਤੇ ਕੱਢ ਸਕਦਾ। ਉਹ ਕੱਢਣ ਤੇ ਹੋਏ ਆ ਸਾਰੇ। ਕਿਹੜੀ ਸਰਕਾਰ? ਤੁਸੀਂ ਇਹ ਮਨਪ੍ਰੀਤ ਸਿੰਘ ਖਜ਼ਾਨਾ ਮੰਤਰੀ ਜਦ 2007 ਚ ਵੀ ਬਣੇ ਸੀ, ਅਸੀਂ ਵਿਧਾਨ ਸਭਾ 'ਚ ਉਹਨਾਂ ਦੀ ਸਟੇਟਮੈਂਟ ਪੜ੍ਹ ਕੇ ਸੁਣਾਈ ਸੀ। ਮੈਂ ਕਿਹਾ ਉਦੋਂ ਤੁਸੀਂ ਕੈਪਟਨ ਸਾਹਿਬ ਨੂੰ ਕੋਸਿਆ ਸੀ ਕਿ ਖਜ਼ਾਨਾ ਖਾਲੀ ਛੱਡ ਗਏ। ਉਤੋਂ 2002 ਦਾ ਹਿਸਾਬ ਲਾ ਲਓ, ਕੋਈ ਖਜ਼ਾਨਾ ਮੰਤਰੀ ਤੁਹਾਨੂੰ ਇਹ ਜਿਹਾ ਨਹੀਂ ਲੱਭੂਗਾ ਜਿਹੜਾ ਅੱਜ ਪਿਛਲੇ 50 ਸਾਲਾਂ 'ਚ ਅਗਲੇ 50 ਸਾਲਾਂ 'ਚ ਕਹੂਗਾ ਕਿ ਖਜ਼ਾਨਾ ਭਰ ਕੇ ਗਏ। ਮੇਰਾ ਫੈਕਟ ਇਹ ਹੈ ਕਿ ਤੁਸੀਂ ਲਰਨਰਡ ਇੰਡੀਵਿਜੂਅਲਸ ਹੋ, ਤੁਹਾਨੂੰ ਖਜ਼ਾਨੇ ਦੀ ਅਸਲੀਅਤ ਸਭ ਪਤਾ ਸੀ। ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਸਾਡੀ ਸ਼ਮਤਾ ਕੀ ਹੈ, ਕੀ ਨਹੀਂ ਕਰ ਸਕਦੇ। ਮਗਰ ਤੁਸੀਂ ਕਿਹਾ ਹੁਣ ਜਿਹੜਾ ਮਰਜ਼ੀ ਰੱਜ ਕੇ ਝੂਠ ਬੋਲੋ, ਲੋਕਾਂ ਨਾਲ ਫਰਾਡ ਕਰੋ, ਲੋਕਾਂ ਨਾਲ ਠੱਗੀ ਮਾਰੋ, ਓਵਰ ਕਮਿਟ ਕਰੋ, ਤੇ ਮੁੜ ਕੇ ਬਸ ਇਹੀ ਬਲੇਮ ਗੇਮ 'ਚ ਸਮਾਂ ਕੱਢ ਦੇਣਗੇ। ਅਸੀਂ ਬਲੇਮ ਗੇਮ ਜੁਮਲੇ ਦੀ ਸਿਆਸਤ ਚੱਲਣ ਨਹੀਂ ਦੇਣੀ। ਤਦੇ ਮੈਂ ਬੇਨਤੀ ਤੁਹਾਨੂੰ, ਸਾਡੇ 8-9 ਸਾਲ ਨਿਕਲਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਕਿਸੇ ਧਰਨੇ ਲੱਗੇ ਹਲੇ 6 ਮਹੀਨੇ ਨਹੀਂ ਪੂਰੇ ਹੋਏ। ਵਾਈ ਇਜ਼ ਦ ਕਿਸਾਨ ਜਥੇਬੰਦੀ ਐਂਡ ਸੋ ਮਚ ਫਰਸਟ੍ਰੇਸ਼ਨ? ਵਾਅਦਾ ਕਿਹਨੇ ਕੀਤਾ? ਡਿਡ ਆਈ ਸੁਜੈਸਟ ਟੂ ਕੈਪਟਨ ਅਮਰਿੰਦਰ? ਅੱਜ ਮੈਂ ਉਹਨਾਂ ਸਲਾਹਕਾਰਾਂ ਨੂੰ ਕੁਐਸਚਨ ਕਰ ਰਿਹਾ ਜਿਨ੍ਹਾਂ ਨੇ 90,000 ਕਰੋੜ ਦਾ ਕਿਹਾ ਸੀ ਕਿ ਅਸੀਂ ਮਾਫ ਕਰਾਂਗੇ। ਤੁਸੀਂ ਘਰ ਘਰ ਫਾਰਮ ਕਿਉਂ ਭਰਵਾਏ? ਤੁਸੀਂ ਬੜੀ ਵਧੀਆ ਸਵਾਲ ਕੀਤਾ। ਤੁਸੀਂ ਕੀ ਇਹ ਮਨਪ੍ਰੀਤ ਸਿੰਘ ਬਾਦਲ ਨੂੰ ਫਿਰ ਸਮਝ ਨਹੀਂ ਸੀ ਉਦੋਂ? ਕੀ ਰਾਈਟ ਮਾਈਂਡਡ ਬੰਦੇ ਦਾ ਫਰਜ਼ ਨਹੀਂ ਸੀ ਕਿ ਅਸੀਂ ਲੋਕਾਂ ਨੂੰ ਮਿਸਲੀਡ ਕਰ ਰਹੇ? ਮੇਰਾ ਇਹੀ ਸਵਾਲ ਹੈ ਕਿ ਤੁਸੀਂ ਧੋਖੇ ਦੀ ਰਾਜਨੀਤੀ ਦੀ ਨੀਹਾਂ ਤਾਂ ਉੱਤੇ ਨਹੀਂ ਰੱਖਤੀਆਂ ਸੀ। ਤੁਸੀਂ ਮੇਰੇ ਸਵਾਲ ਦਾ ਆਪ ਜਵਾਬ ਦੇ ਰਹੇ ਹੋ, ਮਗਰ ਤੁਸੀਂ ਫਿਰ ਧੋਖੇ ਦੇ ਉੱਤੇ ਪਰਦਾ ਕਿਵੇਂ ਪਾਇਆ? ਮਨਮੋਹਨ ਸਿੰਘ ਕੋਲੋਂ ਲਿਆ ਕੇ ਚੋਣ ਮੈਨੀਫੈਸਟੋ ਰਿਲੀਜ਼ ਕਰਾਇਆ, ਫਿਰ ਆਪਦੇ ਕੱਲੇ ਐਮਐਲਏ ਨੂੰ ਫਾਰਮ ਦਿੱਤੇ, ਫਿਰ ਪੰਜਾਬ ਦੇ ਕੋਨੇ-ਕੋਨੇ 'ਚ ਤੁਸੀਂ ਬੰਦੇ ਭੇਜੇ, ਫਾਰਮ ਭਰਾਏ, ਲਿਖਾਏ। ਅੱਜ ਕੀ ਹੋ ਗਿਆ ਜੀ? ਤੂੰ 10 ਲੱਖ ਮੈਂ ਕਿਹਾ ਸੀ ਜੀ ਪਾਉਣ ਨੂੰ ਕਿ ਮੁਆਵਜ਼ਾ ਦੇਵਾਂਗੇ, ਕਿਉਂ ਨਹੀਂ ਦਿੰਦੇ ਜੀ? 10 ਲੱਖ ਚਲੋ ਕਿਉਂ ਨਹੀਂ ਦਿੰਦੇ ਜੀ? ਉਹਦੇ ਬੱਚੇ ਨੂੰ ਜੇ 82 ਦੀ ਏਜ ਰਿਲੈਕਸੇਸ਼ਨ ਹੋ ਸਕਦੀ ਹੈ ਕਾਤੀਆ ਕਾਂਡ ਵਾਲੇ ਵਾਸਤੇ, ਤੇ ਵਾਈ ਨਾਟ ਫਿਰ ਉਹਨਾਂ ਕਿਸਾਨਾਂ ਦਾ ਕੀ ਨੁਕਸਾਨ? ਕਿਹੜਾ ਮੁੱਦਾ ਜੀ? ਸਰ ਜੀ ਇਹ ਚਿੱਠੀ ਆਈ ਹੈ ਟ੍ਰਿਬਿਊਨ ਅਖਬਾਰ 'ਚ, ਜਦੋਂ ਕਾਤੀਆ ਦੀ ਛਪੀ ਉਹ ਤੋਂ ਬਾਅਦ ਇਹ ਮੁੱਦਾ ਸੀ ਉਹਨੂੰ ਉਠਾਉਣਾ ਸ਼ੁਰੂ ਕੀਤਾ। ਇਹਦਾ ਚੁੱਕ ਰਿਹਾ। ਬਾਕੀ ਜਿਵੇਂ ਤੁਸੀਂ ਬਰਾੜ ਸਾਹਿਬ ਕਹੋਗੇ ਮੈਂ ਉਤਰਾ ਚੁੱਕ ਦੂ, ਜਿਵੇਂ ਤੁਸੀਂ ਕਹੋ ਦੋਵੇਂ ਹੱਥ ਖੜੇ ਕਰਕੇ ਚੁੱਕਦੇ, ਜਾਂ ਨੱਚ ਕੇ ਚੁੱਕਦੇ, ਜਾਂ ਗੁੱਟ ਫੜ ਕੇ ਚੁੱਕਦੇ। ਜੇ ਸਿੱਧੂ ਦਾ ਕੰਮ ਚੰਗਾ ਲੱਗਦਾ ਮੈਂ ਉਤਰਾ ਚੱਕ ਦੂ। ਮਤਲਬ ਮੈਂ ਚੁੱਕ ਰਿਹਾ ਸਰ, ਵਿਦ ਆਲ ਡਿਊ ਰਿਸਪੈਕਟ। ਮੈਂ ਇਸ ਮੁੱਦੇ ਤੇ ਗੰਭੀਰ ਆ, ਮੈਂ ਹਰ ਜਗ੍ਹਾ ਚੁੱਕ ਰਿਹਾ। ਵੀ ਅਕਾਲੀ ਦਲ ਦੇ ਕਈ ਬੰਦਿਆਂ ਨੇ ਜਾ ਕੇ ਨੈਸ਼ਨਲ ਕਮਿਸ਼ਨ ਤੇ ਵੀ ਚੁੱਕਿਆ। ਇਹ ਟ੍ਰਿਬਿਊਨ ਦੀ ਆਈ ਅਪਰੀਸ਼ੀਏਟ ਦ ਜੌਬ ਆਫ ਜਿਹੜਾ ਟ੍ਰਿਬਿਊਨ ਨੇ ਫਰੰਟ ਪੇਜ ਤੇ ਛਾਪੀ, ਮਗਰ ਕਈ ਅਖਬਾਰਾਂ ਨਹੀਂ ਛਾਪ ਰਹੀਆਂ। ਕੀ ਤੁਸੀਂ ਮੈਨੂੰ ਗੱਲ ਦੱਸੋ, 24 ਸਾਲ ਬਾਅਦ ਜੇ ਅੱਜ ਵੀ ਉਹ ਉੱਥੋਂ ਚਿੱਠੀ ਲਿਖ ਕੇ ਕਹਿ ਰਹੀ ਹੈ ਕਿ ਆਈ ਰੈਕਗਨਾਈਜ਼ ਐਵਰੀਵਨ, ਮੈਂ ਉਹਨਾਂ ਦੀ ਪਛਾਣ ਕੀਤੀ ਕਿ ਉਹਨੂੰ ਹੱਕ ਇਨਸਾਫ ਦਿਵਾਉਣਾ ਇੱਕ ਆਜ਼ਾਦ ਹਿੰਦੁਸਤਾਨ 'ਚ, ਡੈਮੋਕ੍ਰੈਟਿਕ ਹਿੰਦੁਸਤਾਨ 'ਚ ਧੀਆਂ ਭੈਣਾਂ ਦਾ ਸਤਿਕਾਰ ਕਰਨ ਵਾਲਿਆਂ ਦਾ ਕੰਮ ਨਹੀਂ।